ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਬੜ ਭਾਗੇ ਹੋ, ਧੰਤਾ ਦੇ ਜੋਗ ਹੋ। ਅੰਮ੍ਰਿਤ ਵੇਲੇ ਤੋਂ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਕਰਨਾ ਨਿਧਾਨ ਅੰਤਰਜਾਮੀ ਭਗਤ ਬਸ਼ਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਨੇ ਬੜੀ ਮਹਾਨ ਮਹਾਨ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਸਾਧ ਸੰਗਤ ਜੀ, ਆਪ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਸੁਣਨ ਦਾ ਆਨੰਦ ਮਾਣ ਰਹੇ ਹੋ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਐਦੋਂ ਵੱਡੀ ਵਸਤੂ ਕੋਈ ਹੋਰ ਹੈ ਨਹੀਂ। ਸੋ ਸਭ ਨਾਲੋਂ ਵੱਡੀ ਵਸਤੂ ਹੈ ਗੁਰਬਾਣੀ। ਸਾਧ ਸੰਗਤ ਜੀ, ਇਹਦੇ ਬਰਾਬਰ ਹੋਰ ਕੋਈ ਕਰਮਕਾਂਡ, ਤੰਤਰ ਮੰਤਰ, ਕੋਈ ਐਸੀ ਵਿਦਿਆ ਨਹੀਂ ਹੈ। ਬੜੇ ਇੱਥੇ ਧਾਰਮਿਕ ਗ੍ਰੰਥ ਰਚੇ ਗਏ ਨੇ। ਵੇਦਾਂ ਦੀ ਗੱਲ ਕਰ ਲਈਏ, ਪੁਰਾਣਾਂ ਦੀ ਗੱਲ ਕਰ ਲਈਏ, ਸਿਮਰਤੀਆਂ ਦੀ ਗੱਲ ਕਰ ਲਈਏ। ਸਾਧ ਸੰਗਤ ਜੀ, ਬੜੇ ਤਰ੍ਹਾਂ ਦੇ ਗ੍ਰੰਥ, ਧਾਰਮਿਕ ਗ੍ਰੰਥ ਸਭ ਸਤਿਕਾਰਯੋਗ ਨੇ, ਪਰ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਹੈ ਨਾ ਜਿਹੜੀ, ਇਹ ਤਾਂ ਨਿਰੰਕਾਰ ਦਾ ਸਵਰੂਪ ਹੈ। ਇਹ ਨਿਰੰਕਾਰ ਦਾ ਆਪਣਾ ਸਵਰੂਪ ਹੈ। ਇਹ ਨਿਰੰਕਾਰ ਖੁਦ ਨੇ। ਬਾਣੀ ਗੁਰੂ ਗੁਰੂ ਹੈ ਬਾਣੀ। ਬਾਣੀ ਹੀ ਪਾਰ ਬ੍ਰਹਮ ਹੈ, ਪਰਮੇਸ਼ਰ ਹੈ। ਸਾਧ ਸੰਗਤ ਜੀ, ਸਾਡਾ ਗੁਰੂ ਬਾਣੀ ਹੈ। ਸੋ ਸਾਧ ਸੰਗਤ ਜੀ, ਆਓ ਜੋ ਲੜੀਵਾਰ ਇਤਿਹਾਸ ਪਿਛਲੇ ਸਮੇਂ ਦੌਰਾਨ ਆਪਾਂ ਸਾਰੇ ਹੀ ਸਰਵਣ ਕਰ ਰਹੇ ਹਾਂ, ਜਿੱਥੇ ਗੁਰੂ ਕੀ ਬਾਣੀ ਸੁਣਨ ਦਾ ਆਨੰਦ ਮਾਣਦੇ ਹਾਂ, ਉੱਥੇ ਭਾਈ ਗੁਰੂ ਕਾ ਇਤਿਹਾਸ
ਨਾਲ ਨਾਲ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਜਿੰਨਾ ਕੁ ਵੀ ਸਮਾਂ ਹੈ, ਸਮੇਂ ਨੂੰ ਤੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰੀਏ। ਜਿਹੜੇ ਸਿੱਧ ਲੋਕ ਨੇ ਸੁਮੇਲ ਪਰਬਤ ਤੇ ਸਾਧ ਸੰਗਤ ਜੀ ਰਹਿੰਦੇ ਨੇ, ਉੱਥੇ ਛੁਪੇ ਹੋਏ ਬੈਠੇ ਨੇ, ਤੇ ਇੱਧਰੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲਾ ਤੇ ਭਾਈ ਮਰਦਾਨੇ ਦੇ ਨਾਲ ਸੁਮੇਲ ਪਰਬਤ ਦੀ ਯਾਤਰਾ ਔਰ ਇਹਨਾਂ ਸਿੱਧਾਂ ਨੂੰ ਸਾਧ ਸੰਗਤ ਜੀ ਉਪਦੇਸ਼ ਦੇਣ ਵਾਸਤੇ ਸੁਮੇਲ ਪਰਬਤ ਤੇ ਪਹੁੰਚੇ। ਕਿਉਂਕਿ ਜਿੱਥੇ ਕੋਈ ਰੋਗੀ ਰਹਿੰਦਾ ਸੀ ਨਾ, ਉੱਥੇ ਸਤਿਗੁਰੂ ਆਪ ਜਾਂਦੇ ਸੀ ਉਸ ਰੋਗੀ ਨੂੰ ਠੀਕ ਕਰਨ ਵਾਸਤੇ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਰੋਗ ਗਵਾਹੇ ਆਪਣਾ, ਤਾਂ ਨਾਨਕ ਵੈਦ ਸਦਾਏ। ਭਾਈ ਜੇ ਆਪਣਾ ਹਉਮੈ ਵਾਲਾ ਰੋਗ ਗਵਾਉਣਾ ਚਾਹੁੰਦੇ ਆ, ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣੇ ਹਿਰਦੇ 'ਚ ਵਸਾਈਏ, ਭਾਵ ਗੁਰਬਾਣੀ ਨੂੰ, ਸ਼ਬਦ ਨੂੰ ਹਿਰਦੇ 'ਚ ਵਸਾਈਏ। ਸਾਡੇ ਸਾਰੇ ਰੋਗ ਦੁੱਖ ਦੂਰ ਹੋ ਜਾਣਗੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੋ ਐਸੀ ਜਿਹੜੀ ਵਸਤੂ ਹੈ ਸਾਧ ਸੰਗਤ ਜੀ, ਰੋਗਾਂ ਦਾ ਘਾਣ ਕਰਨ ਵਾਲੀ, ਉਹ ਗੁਰਾਂ ਦੀ ਬਾਣੀ ਹੈ। ਉਹ ਗੁਰੂ ਸਾਹਿਬ ਹਨ, ਆਪ ਖੁਦ ਚੱਲ ਕਰਕੇ ਜਾਂਦੇ ਨੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਜਿਹੜੇ ਸਿੱਧ ਯੋਗੀ ਲੋਕ ਸਨ, ਸਾਰੇ ਗੁਰਮੁਖ ਪਿਆਰਿਓ ਰੋਗੀ ਸਨ। ਇਹਨਾਂ ਨੂੰ ਹਉਮੈ ਵਾਲਾ ਰੋਗ ਸੀ, ਬੜਾ ਮਾਨ ਸੀ। ਸੋ ਇਹਨਾਂ ਦਾ ਮਾਨ ਤੋੜਨ ਵਾਸਤੇ ਸਤਿਗੁਰੂ ਜੀ ਗਏ। ਪਹਿਲਾਂ ਗੋਰਖਨਾਥ ਦਾ ਮਿਲਾਪ ਹੋਇਆ, ਉਹ ਪ੍ਰਸੰਗ ਪਿੱਛੇ ਸ਼ਰਵਣ ਕੀਤਾ ਆਪਾਂ ਨੇ। ਜਿਹੜੀ ਸਿੱਲ ਤੇ ਜਿਹੜੇ ਪੱਥਰ ਤੇ ਸਤਿਗੁਰੂ ਜੀ ਬੈਠੇ ਸਨ, ਉਸ ਸਿੱਲ ਨੂੰ ਇਹਨੇ ਆਪਣੀਆਂ ਸ਼ਕਤੀਆਂ ਕਰਾਮਾਤਾਂ ਦੌਰਾਨ ਉਡਾਉਣਾ ਚਾਹਿਆ, ਪਰ ਉਹ ਸਿੱਲ ਅਡੋਲ ਰਹੀ। ਕਿਉਂ? ਕਿਉਂਕਿ ਉੱਤੇ ਅਡੋਲ ਅਵਸਥਾ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਖੁਦ ਬੈਠੇ ਸਨ। ਆਖੋ ਸਤਿਨਾਮ। ਸੋ ਇਸ ਤਰ੍ਹਾਂ ਜਿਹੜਾ ਗੋਰਖਨਾਥ ਸੀ, ਇਹ ਫਿਰ ਉੱਥੋਂ ਅਲੋਪ ਹੋ ਗਿਆ। ਆਪਣੀ ਸਿੱਧ ਮੰਡਲੀ ਦੇ ਵਿੱਚ ਗਿਆ। ਉੱਥੇ ਜਾ ਕਰਕੇ ਕਹਿਣ ਲੱਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਨਿਰੰਕਾਰੀ ਨਾਨਕ ਇੱਧਰ ਨੂੰ ਆ ਰਹੇ ਨੇ। ਸੋ ਜਾਓ, ਕੋਈ ਆਪਣੀ ਸਿੱਧ ਮੰਡਲੀ ਦੇ ਵਿੱਚੋਂ ਕੋਈ ਐਸਾ ਸੂਰਮਾ ਹੈ ਜਿਹੜਾ ਉਹਨਾਂ ਨੂੰ ਰੋਕੇ, ਜਾ ਕੇ ਉਹਨਾਂ ਦੇ ਨਾਲ ਗੋਸ਼ਟੀ ਕਰੇ ਔਰ ਉਹਨਾਂ ਨੂੰ ਕਰਾਮਾਤ ਵਿਖਾ ਕੇ ਆਪਣਾ ਚੇਲਾ ਬਣਾਵੇ, ਫਿਰ ਉਹਨਾਂ ਨੂੰ ਸੁਮੇਲ ਪਰਬਤ ਤੇ ਲੈ ਕੇ ਆਵੇ। ਨਹੀਂ, ਜਾਂ ਕੋਈ ਐਸਾ ਹੋਵੇ ਵੀ ਉਹਨਾਂ ਨੂੰ ਉੱਥੋਂ ਹੀ ਵਾਪਸ ਭੇਜ ਦਿੱਤਾ ਜਾਵੇ। ਕੋਈ ਇਹੋ ਜਿਹਾ ਉੱਠੋ। ਤਾਂ ਸਾਧ ਸੰਗਤ ਜੀ ਉਸ ਵੇਲੇ ਫਿਰ ਮਛੰਦਰਨਾਥ ਉੱਠਿਆ, ਬੜਾ ਭੰਬਕ ਕੇ ਉੱਠਿਆ। ਬੜੀ ਗਰਜਵੀਂ ਵੀਰ ਰਸ ਦੀ ਆਵਾਜ਼ ਨਾਲ ਉਹਨੇ ਕਹਿਣਾ ਕੀਤਾ ਵੀ ਮੈਂ ਜਾਵਾਂਗਾ। ਸਾਰੀ ਸਿੱਧ ਮੰਡਲੀ, ਹੇ ਸਾਡੇ ਗੁਰੂ ਗੋਰਖਨਾਥ ਜੀ, ਮੇਰੇ ਤੇ ਮਿਹਰਾਂ ਭਰਿਆ ਹੱਥ ਰੱਖੋ, ਮੈਨੂੰ ਆਗਿਆ ਦਿਓ ਤੇ ਮੈਂ ਉਹਨਾਂ ਨੂੰ ਜਿੱਤ ਕੇ ਲਿਆਵਾਂਗਾ, ਆਪਣਾ ਚੇਲਾ ਬਣਾ ਕੇ ਲਿਆਵਾਂਗਾ। ਜਾਂ ਤਾਂ ਇੱਥੇ ਤੇ ਨਹੀਂ ਉਹਨਾਂ ਨੂੰ ਇਹੋ ਜਿਹੀਆਂ ਕਰਾਮਾਤਾਂ ਵਿਖਾਵਾਂਗਾ ਕਿ ਉਹ ਇੱਥੇ ਆਉਣ ਜੋਗੇ ਨਹੀਂ ਰਹਿਣੇ, ਉਹਨਾਂ ਨੇ ਵਾਪਸੀ ਮੁੜ ਜਾਣਾ, ਉੱਥੋਂ ਹੀ ਚਲੇ ਜਾਣਾ ਉਹਨਾਂ ਨੇ। ਸੋ ਜੇ ਆਉਣਗੇ ਤਾਂ ਆਪਣੇ ਦਾਸ ਬਣ ਕੇ ਆਉਣਗੇ, ਆਪਣੇ ਪੰਥ ਦੇ ਵਿੱਚ ਸ਼ਾਮਲ ਹੋਵਣਗੇ। ਗੋਰਖਨਾਥ ਨੂੰ ਪਤਾ ਸੀ ਵੀ ਜਿਹੜਾ ਮਛੰਦਰਨਾਥ ਹੈ, ਇਹਦੇ ਕੋਲੇ ਵਿੱਦਿਆ ਬੜੀ ਹੈ। ਜੇ ਮਛੰਦਰਨਾਥ ਕਹਿੰਦਾ ਮੇਰੇ ਨਾਲ ਵਿਦਵਤਾ ਦੀ ਗੱਲ ਕਰਨਗੇ ਤਾਂ ਵੀ ਮੈਂ ਉਹਨਾਂ ਨੂੰ ਜਿੱਤ ਲਊਂਗਾ, ਜੇ ਕੋਈ ਯੋਗ ਦੀ ਗੱਲ ਕਰਨਗੇ ਤਾਂ ਵੀ ਮੈਂ ਉਹਨਾਂ ਨੂੰ ਜਿੱਤ ਲਵਾਂਗਾ, ਜੇ ਕੋਈ ਕਰਾਮਾਤਾਂ ਦੀ ਜਿੱਥੋਂ ਤੱਕ ਗੱਲ ਹੈ ਉਸ ਪ੍ਰਕਾਰ ਵੀ ਮੈਂ ਉਹਨਾਂ ਨੂੰ ਜਿੱਤ ਕੇ ਆਵਾਂਗਾ ਵਾਪਸ। ਮੈਨੂੰ ਬਸ ਅਸ਼ੀਰਵਾਦ ਦਿਓ ਗੁਰੂ ਜੀ, ਗੋਰਖਨਾਥ ਜੀ। ਹੁਣ ਗੋਰਖਨਾਥ ਨੂੰ ਇਸ ਗੱਲ ਦਾ ਪਤਾ ਸੀ ਵੀ ਮੈਂ ਵੀ ਹੁਣ ਹਾਰ ਕੇ ਆਇਆ, ਜਦੋਂ ਇਹਨਾਂ ਦਾ ਗੁਰੂ ਹੀ ਹਾਰ ਗਿਆ। ਤੇ ਪਰ ਫੇਰ ਵੀ ਸੋਚਦਾ ਮਨ ਦੇ ਅੰਦਰ ਕਿਤੇ
मैं इन्हां नूं भेजां। कवि संतोख सिंह जी लिखते ने, उदाहरण दिंदे ने, कहंदे जिवें एक जंगल दा राजा शेर हुंदा है ते गुरमुख प्यारिओ जिहड़ा हाथी हुंदा ना, हाथी नूं अपने आकार दा, अपने वड्डेपण दा हंकार हुंदा है। ते गुरमुख प्यारिओ वो हाथी ना हिरन नूं तैयार करदा है शेर नूं मारन वास्ते, शेर नूं चैलेंज करन वास्ते हिरन नूं तैयार करदा। कहंदा जा तूं जाके दस भी मैं वो हाथी कोलों आया ते हाथी मेरे पिछे ही आ रहा है, सो इउं करके जाके डराबा दे। सो कवि संतोख सिंह जी कहंदे इस प्रकार ना जिवें हाथी हिरन नूं तैयार करके भेजदा है ते गोरखनाथ हाथी रूप ते मछंदर नाथ हिरन रूप हो करके ना ते साध संगत जी शेर रूप ਬੱਬਰ शेर धन गुरु नानक साहिब महाराज उन्हां दे कोले साध संगत जी अपनी शक्ति दे दौरान फुरने दे विच ही ये मछंदर नाथ जिहड़ा पहुंच गया। सो मछंदर नाथ ने आउंदियां सार ही साध संगत जी कह दिता, कहंदे हे बालके तुसी सुमेल पर्वत ते आए हो, किस काम लई आए हो, इत्थे क्यों आए हो, तुहाडे आउण दा की मकसद है, की मनोरथ है, क्यों आए हो इत्थे। तां सतगुरु सच्चे पातशाह महाराज नूं पहला सवाल इहने इत्थों ही कीता, तुहाडी देह मलमूत दे नाल भरी होई है, इत्थे तां सिद्ध लोक रहिंदे ने। सो सतगुरु सच्चे पातशाह नूं ऐसे बचन कीते। फिर कहन लग्या आओ दसो भी शरीर की बनावट दसो, क्योंकि योगी सी मछंदर नाथ बड़ा। सो शरीर की बनावट किस प्रकार की है मैनू ये दसना करो। अच्छा जे ये नहीं दसना तो ये दसो भी जे तुहाडे कोले कोई करामात है, शक्ति है, तुसी इत्थों तक पहुंचे किवें, इत्थे तां कोई आउंदा नहीं सुमेल पर्वत ते, तुसी आ गए हो ते दसो तुहाडे कोले किहड़ी करामात है, किहड़ी शक्ति है, ये विखाओ सानूं। ते जे शक्ति नहीं विखाउणी तां साडे नाल विचार करो, गोष्ट करो, ये चीज़ां करो। ते जे कुछ भी नहीं करना तो फिर साडे चेले बन जाओ, साडे चेले बन जाओ। ते जिहड़ी चीज़ तुहानूं चाहीदी है, इत्थे तुहाडे आउण दा कारण तुहानूं मुक्ति चाहीदी है, की चाहीदा है, तुहानूं राज चाहीदा जां जोग चाहीदा, वाहिगुरू तुहानूं राज चाहीदा जां जोग चाहीदा, की चाहीदा इन्हां विचों, जां फिर ये चीज़ दस दिओ। ते फिर साध संगत जी इस तरह नाल जदों ये बचन कीते ते फिर नाल एक डराबा दिता गुरु साहिब ने, कहंदा जे तुसी कुछ भी मेरे नाल नहीं करदे, विचार नहीं करदे, शक्ति करामात नहीं विखांदे, ते शरीर की बनावट बारे मैनूं कुछ कहंदे नहीं, दसदे नहीं, तां फिर ना तुहाडी सुख नहीं हो। डराबा दिंदा तुहाडी खैर नहीं है, अगे तुसी जा नहीं सकते। इस तरह सतगुरु सच्चे पातशाह महाराज नूं ना डराबा दिंदा, नाल लालच दिंदा, कहंदा जे तुहानूं जोग चाहीदा जां तुहानूं सतगुरु सच्चे पातशाह जी नूं कहण लग्या राज चाहीदा तां मैनूं दसो। ये लालच भी दिता नाल। ते साध संगत जी उस वेले भाई गुरदास जी ने कहना कीता, विचारिया कथा लिखते ने, सिद्धि मने विचारिया कि वह दर्शन ही लेवै बाला, ऐसा योगी कली में हमरे पंथ करे उजियाला। सिद्धां ने विचार कीती, कहंदे ये धन गुरु नानक साहिब नूं अपने पंथ विच लैके आओ, अपने पंथ नूं ये बड़ा उजियाला करनगे, निर्मल करनगे और दुनिया संसार के अंदर कायम कर देंगे, अपना ही नाम होवेगा। सो इन्हां नूं पंथ विच लैके आइए। ते अगों लालच दिंदे ने, किवें लैके आइए। साध संगत जी खप्पर दिता नाथ जी, पानी भर लेवण उठ चाला,
कहते नाथा ने ना एक खप्पर दिता गुरु नानक साहब नूं, कहण लगे ओ सामने तलाब वगदा ते ओहदे विचों जल लैके आओ। गुरु साहब वो खप्पर चुक के ते तलाब विच चले गए ते उत्थों जा करके साध संगत जी जदों जल भरन लगे ते वो सारा तलाब हीरे मोती इत्यादि जवाहर रत्नां दा भरिया होया सी। महाराज खाली मुड़ आए ते साध संगत जी आके सतगुरां ने खप्पर नाथ नूं फड़ाता खाली। नाथ जी कहंदे तुसीं पानी नहीं लैके आए, कहंदे तुसीं कादे जोगी हो, कादे करामाती हो, सोनू तां ये नहीं पता भी वो तलाब दे विच हीरे आ कि पानी है, सोनू तां इस गल दा नहीं पता। महाराज ने उल्टा सगों उन्हां ते ही सवाल कीता, भावें उन्होंने करामात नाल पानी तो हीरे रतन बनाते सी। जदों सतगुरां नूं भेजिया खप्पर दिता, नाथ जी पानी भर लेवण उठ चाला, ते बाबा आया पाणीए डिठा रतन जवाहर लाला। जदों बाबा जी आए ते अगे जा करके साध संगत जी वो सारा रत्ना हीरियां दे नाल भरिया होया तलाब। महाराज ने फिर वेख के आ करके कहा, सतगुर अगम अगाध पुरख केड़ा झल्ले गुरु की झाला। सो तां अगम अगाध ने सतगुरु इतने बड़े ने, सो ऐसे पुरख दी केड़ा झाल झल्लेगा भाई, केड़ा झालां झल सकदा सतगुरां दियां, केड़ा महाराज नूं जित सकदा है। फिर आया गुरनाथ जी पानी ठौड़ नहीं उस ताला, शब्द जिती सित मंडली की तोस अपना पंथ नराला। कल जुग नानक नाम सुखाला। भाई साहब जी बचन करते कहते सतगुरां ने आ करके फिर वो जिहड़ा खप्पर सी फड़ा दिता खाली। कहते उत्थे तां समुंदर दे अंदर तां हीरे रतन जवाहर आदि की हन, जे पानी हुंदा तां मैं ले आउंदा, पर तुहाडी कादी करामात, तुहाडी कादी शक्ति, जदों तुहानूं इन्ना ही नहीं पता भी उत्थे पानी है कि हीरे रतन ने, तुहानूं तां इस गल दा नहीं पता लग्या। सो साध संगत जी शब्द जिती सिद्ध मंडली, सो शब्द जिहड़ा ना गुरु दा ये बड़ी वड्डी ताकत है, बड़ी वड्डी करामात है। सतगुरां ने शब्द दे नाल बाणी दे नाल साध संगत जी उस सिद्ध मंडली नूं भाई साहब भाई गुरदास जी बयान करते हैं, उन्होंने साध संगत जी जित्या और अपना जिहड़ा पंथ सी उन्होंने निराला रखिया, वखरा रखिया है। कलयुग नानक नाम सुखाला। गुरु साहब कहते कलयुग दे विच जिहड़ा नाम जपेगा उही सुखाला रहेगा, सुखी रहेगा भाई। इहदे विच ये कलयुग दे विच नाम जपना ही वड्डी दारू है। सो इस तरह सतगुरु सच्चे पातशाह महाराज नूं हुण इह लालच भी दिंदा, जिहड़ा मछंदर नाथ है, कहंदा राज चाहीदा कि जोग चाहीदा, दसो मैनूं की चाहीदा है। महाराज सतगुरु सच्चे पातशाह जी नूं इहने इतने सवाल कीते, शरीर दी बनावट बारे दसो और किस कारज लई आए हो, जां कोई शक्ति विखाओ, जां फिर मेरे नाल गोष्ठ विचार करो। सतगुरु सच्चे पातशाह महाराज ने फिर साध संगत जी दे नाल ना विचार कीते। गुरु साहिब कहन लगे भी जिहड़ी गल हैगी ना वापस जाण वाली, वापस तां नहीं असीं जांदे। महाराज दीयां गल्लां सुन के ना मुस्कुराए, थोड़ा जिहा हसे, कहंदे वापस वाली गल है जिहड़ी वो वापस तां असीं फिर आउंदा ही ना जे जाना हुंदा। नाथ जी जिथों तक साडा दिल करेगा असीं उत्थों तक जावांगे। महाराज सतगुरु सच्चे पातशाह जी कहंदे हुण तूं इउं दस नाथ जी भी तेरी कोई इच्छा है, जे तेरी कोई इच्छा है तां साडे कोलों कोई वस्तु मंग लै। जिहड़ा बंदा मंगता होवे ते वो दूजे नूं की दे सकदा है। महाराज कहंदे जिहड़ा आप ही भिखारी है। सो इस तरह महाराज कहते तुसीं तां भाई आप ही भिखारी हो, दसो तुहानूं की चाहीदा असीं दे दईए, त्रिलोकी दा राज मुक्ति दे दईए, सो राज जोग। सो ये तुसीं कमाई बैठे हो, पर तुहाडे अंदर बड़ा वड्डा हौमै वाला रोग है, जिहदा करके ये चीज़ां हजे प्रवान नहीं होईयां। आखो सतनाम। नाथ जी नूं महाराज ने कहा, कहंदे नाथ जी
ਅਸੀਂ ਤੁਹਾਨੂੰ ਕਰਤਾਰ ਤੋਂ ਲੈ ਕੇ ਉਹੀ ਵਸਤੂਆਂ ਦੇਵਾਂਗੇ ਜਿਹੜੀਆਂ ਤੁਹਾਨੂੰ ਚਾਹੀਦੀਆਂ। ਸਾਨੂੰ ਦੱਸੋ, ਕਬੂਲ ਕਰੋ ਕੀ ਚਾਹੀਦਾ। ਸੋ ਰਹੀ ਗੱਲ ਜਿਹੜੀ ਜਾਣ ਦੀ, ਅਸੀਂ ਉੱਥੋਂ ਤੱਕ ਜਾਵਾਂਗੇ ਜਿੱਥੋਂ ਤੱਕ ਸਾਡਾ ਦਿਲ ਕਰੇਗਾ। ਤੇ ਔਰ ਤੂੰ ਕਹਿਣਾ ਵੀ ਮੇਰੇ ਨਾਲ ਕੋਈ ਗੋਸ਼ਟੀ ਕਰੋ। ਹਾਂ, ਤੇਰੇ ਨਾਲ ਗੋਸ਼ਟੀ ਕਰਾਂਗੇ ਤੇ ਤੈਨੂੰ ਉਪਦੇਸ਼ ਦੇ ਕੇ ਤੋਰਾਂਗੇ ਇੱਥੋਂ। ਆਖੋ ਸਤਿਨਾਮ। ਤੇ ਜੋ ਅੱਗੇ ਤੇਰੀ ਮਰਜ਼ੀ ਹੈ, ਜਿਹੜਾ ਸਵਾਲ ਕਰਨਾ ਉਹ ਤੂੰ ਕਰ ਲਾ ਜਿਹੜਾ ਕਰਨਾ ਹੈ। ਜਦੋਂ ਇੰਨੀ ਗੱਲ ਕਹੀ ਨਾ, ਤੇ ਜਿਹੜਾ ਨਾਥ ਸੀਗਾ ਮਛੰਦਰ ਨਾਥ, ਇਹਦੀਆਂ ਲਾਲ ਅੱਖਾਂ ਹੋ ਗਈਆਂ, ਵੀਰ ਰਸ ਦੇ ਵਿੱਚ ਆ ਗਿਆ। ਤੇ ਸਾਧ ਸੰਗਤ ਜੀ ਫਿਰ ਇਹਨੇ ਸਵਾਲ ਕੀਤਾ, ਕਹਿਣ ਲੱਗਿਆ ਮਹਾਰਾਜ ਪਹਿਲਾਂ ਫਿਰ ਇਹ ਦੱਸੋ ਵੀ ਸਰੀਰ ਦੇ ਅੰਦਰ ਕਿੰਨੇ ਸਵਾਸ, 24 ਘੰਟਿਆਂ ਦੇ ਵਿੱਚ ਸਾਨੂੰ ਕਿੰਨੇ ਸਵਾਸ ਆਉਂਦੇ ਨੇ, ਕਿੰਨੇ ਸਵਾਸ ਲੈਨੇ ਆ ਅਸੀਂ। ਮਹਾਰਾਜ ਇਹ ਸਵਾਲ ਹੈ, 24 ਘੰਟਿਆਂ 'ਚ ਕਿੰਨੇ ਸਵਾਸ ਨੇ। ਫਿਰ ਇਹ ਵੀ ਦੱਸ ਦਿਓ ਵੀ ਮਾਸ ਵਿੱਚ ਕਿਤਨੀਆਂ ਨਸਾਂ ਨੇ, ਸਰੀਰ ਦੇ ਰੋਮ ਕਿੰਨੇ ਨੇ, ਸਰੀਰ ਦੀਆਂ ਕੋਠੜੀਆਂ ਕਿੰਨੀਆਂ ਨੇ। ਸਾਡੀ ਜਿਹੜੀ ਤਿੱਲੀ ਆ ਨਾ, ਪਸਲੀਆਂ ਦੇ ਥੱਲੇ ਇੱਕ ਤਿੱਲੀ ਹੁੰਦੀ ਹੈ ਸਾਧ ਸੰਗਤ ਜੀ ਖੱਬੇ ਬੰਨੇ, ਜਿਹੜੀ ਖੂਨ ਦਾ ਲਹੂ ਦਾ ਸਰਕਲ ਸਾਡੇ ਸਾਰੇ ਸਰੀਰ ਨੂੰ ਦਿੰਦੀ ਹੈ। ਮਹਾਰਾਜ ਨੂੰ ਕਹਿਣ ਲੱਗਿਆ ਉਹ ਤਿੱਲੀ ਦੱਸੋ ਕਿੰਨੀਆਂ ਉਂਗਲਾਂ ਚੌੜੀ ਹੈ। ਫਿਰ ਕਲੇਜਾ ਅੱਗੇ, ਉਹ ਜਿਹੜਾ ਕਲੇਜਾ ਹੈ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਦੱਸੋ ਵੀ ਕਿੰਨੀਆਂ ਉਂਗਲਾਂ ਦਾ, ਕਿੰਨੇ ਇੰਚ ਦਾ ਹੈ, ਉਹ ਕਿੰਨਾ ਚੌੜਾ ਸਾਡਾ ਕਲੇਜਾ ਹੈ। ਇਹ ਮੇਰੇ ਸਵਾਲ ਹਨ। ਮਹਾਰਾਜ ਨੂੰ ਕਹਿਣ ਲੱਗਿਆ, ਸਤਿਗੁਰੂ ਫੇਰ ਮੁਸਕਰਾ ਕੇ ਕਹਿੰਦੇ ਤੂੰ ਜੋਗੀ ਹੈ, ਤੂੰ ਸਿੱਧ ਹੈ ਕਿ ਕੋਈ ਵੈਦ ਹਕੀਮ ਹੈ? ਤੂੰ ਦਾ ਸਰੀਰ ਦਾ ਪੁਰਜਾ ਗਿਣ ਦਿੱਤਾ, ਇਹਦੇ ਬਾਰੇ ਪੁੱਛ ਰਿਹਾ। ਇਹ ਤਾਂ ਜਿਹੜੇ ਕੋਈ ਵੈਦ ਹਕੀਮ ਹੁੰਦੇ ਆ ਉਹਨਾਂ ਨੂੰ ਸਰੀਰ ਬਾਰੇ ਪਤਾ ਹੁੰਦਾ। ਭਾਈ ਤੂੰ ਜੋਗੀ ਆ ਕਿ ਸਿੱਧ ਆ, ਕੀ ਹੈ ਤੂੰ ਕਿ ਵੈਦ ਆ? ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਫਿਰ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ। ਸਤਿਗੁਰੂ ਜੀ ਕਹਿਣ ਲੱਗੇ ਭਾਈ ਸਾਡੇ ਸਰੀਰ ਦੇ ਅੰਦਰ ਨਾ 900 ਮੁੱਖ ਨਸ਼ਾ ਨੇ, 900। ਤੇ ਸਾਧ ਸੰਗਤ ਜੀ ਜਿਹੜੇ ਕੋਈ ਯੋਗੀ ਸਿੱਧ ਹੈ, ਵਿਦਵਾਨ ਲਿਖਦੇ ਨੇ, ਉਹਨਾਂ ਨੇ ਆਪਣੇ ਗ੍ਰੰਥਾਂ ਦੇ ਅੰਦਰ ਸਾਧ ਸੰਗਤ ਜੀ 72 ਜਿਹੜੀਆਂ ਨਸਾਂ ਨੇ ਉਹ ਮੁੱਖ ਮੰਨੀਆਂ ਨੇ, 7200 ਨਸਾਂ ਉਹ ਮੁੱਖ ਮੰਨੀਆਂ ਨੇ। ਤੋ ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ 900 ਮੁੱਖ ਨਸਾਂ ਨੇ ਸਾਡੇ ਸਰੀਰ ਦੀਆਂ, ਤੇ ਇਸੇ ਪ੍ਰਕਾਰ ਹੋਰ 972 ਕਰੋੜ ਤੇ 72 ਲੱਖ 10,200 ਨਾੜੀ ਹੈ ਸਾਡੇ ਸਰੀਰ ਵਿੱਚ। 900 ਮੁੱਖ ਨੇ ਤੇ 900 ਛੋਟੀਆਂ ਨਾੜੀਆਂ ਨੇ, ਛੋਟੀਆਂ ਸੂਖਮ ਜਿਹੜੀਆਂ ਸਾਡੇ ਮਾਸ ਦੇ ਅੰਦਰ ਨੇ, 900 ਉਹ ਨੇ। ਤੇ ਕੁੱਲ ਮਿਲਾ ਕੇ ਗੁਰੂ ਸਾਹਿਬ ਕਹਿੰਦੇ 72 ਕਰੋੜ 72 ਲੱਖ ਤੇ 10,200 ਨਾੜੀ ਬਣਦੀ ਹੈ ਪੂਰੇ ਸਰੀਰ ਦੀ। ਮਹਾਰਾਜ ਨੇ ਇਸ ਤਰ੍ਹਾਂ ਜਦੋਂ ਜਵਾਬ ਦਿੱਤੇ ਤੇ ਮਛੰਦਰ ਨਾਥ ਸਾਧ ਸੰਗਤ ਜੀ ਨੀਵੀਂ ਪਾ ਕੇ ਬਹਿ ਗਿਆ। ਆਖੋ ਸਤਿਨਾਮ। ਫਿਰ ਕਿਹਾ ਸੀ ਮਹਾਰਾਜ ਸਰੀਰ ਦੇ ਹਿੱਸੇ ਕਿੰਨੇ ਨੇ? ਇਹ ਜਿਹੜਾ ਸਰੀਰ ਹੈ ਇਹਦੀ ਬਣਤਰ ਹੈ, ਬਣਾਵਟ ਦੱਸ ਰਹੇ ਆ ਨਾ, ਹੁਣ ਅੰਦਰ ਦੀ ਬਣਾਵਟ ਦੱਸੀ। ਹੁਣ ਕਹਿੰਦੇ ਇਹ ਦੱਸੋ ਵੀ ਸਰੀਰ ਦੇ ਹਿੱਸੇ ਕਿੰਨੇ ਨੇ? ਮਹਾਰਾਜ ਕਹਿੰਦੇ ਭਾਈ ਸਰੀਰ ਦੇ ਹਿੱਸੇ ਸਾਡੇ ਮੁੱਖ 9 ਨੇ। 4 ਬਾਹਾਂ ਦੇ ਜੋੜ ਨੇ, 4 ਲੱਤਾਂ ਦੇ ਜੋੜ ਨੇ, ਇੱਕ ਧੜ ਦਾ ਇਹ ਜੋੜ ਹੈ, ਸਰੀਰ ਤੋਂ ਲੈ ਕੇ ਧੜ ਤੱਕ ਦਾ ਇਹ ਇੱਕ ਜੋੜ ਹੈ। ਸੋ 9 ਜੋੜ ਮੁੱਖ ਨੇ ਸਰੀਰ ਦੇ, ਗੁਰੂ ਸਾਹਿਬ ਕਹਿੰਦੇ ਇਹ 9 ਹਿੱਸੇ ਨੇ। ਤੇ ਮਹਾਰਾਜ ਫਿਰ ਇਹ ਦੱਸੋ ਵੀ ਜਿਹੜੀ ਮੂੰਹ ਦੀ ਸਾਡੀ ਤਾਕੀ ਹੈ, ਮੂੰਹ ਖੁੱਲਦਾ ਜਿਹੜਾ ਮੂੰਹ ਫਾੜ ਵੀ ਕਹਿ ਦਿੰਦੇ, ਕਿੰਨੀ ਚੌੜੀ ਹੁੰਦੀ ਹੈ ਮਨੁੱਖ ਦੀ? ਗੁਰੂ ਸਾਹਿਬ ਕਹਿੰਦੇ ਭਾਈ ਇਹ 4 ਇੰਚ ਦੀ ਹੁੰਦੀ ਹੈ, 4 ਉਂਗਲਾਂ ਚੌੜੀ ਹੁੰਦੀ ਹੈ। ਬਾਕੀ ਸਰੀਰ ਦੇ ਹਿਸਾਬ ਨਾਲ ਆ, ਕਹਿੰਦਾ ਸਰੀਰ ਛੋਟਾ ਉਹਦੇ ਮੂੰਹ ਦੀ ਤਾਕੀ ਛੋਟੀ ਹੁੰਦੀ ਹੈ, ਕੋਈ ਵੱਡੇ ਸਰੀਰ ਦਾ ਉਹਦੇ ਮੂੰਹ ਦੀ ਤਾਕੀ ਵੱਡੀ ਹੁੰਦੀ ਹੈ।
महाराज कहते इस प्रकार करके भाई ये जिहड़ी शरीर की ताकी है ना, मूँह की ताकी है ना, ये 4 ਉਂਗਲਾਂ चौड़ी होती है। महाराज इस रोम फिर किन्ने ने? गुरु साहब कहते 1 करोड़ अरब शरीर दे साध संगत जी रोम ने, इतने रोम ने गुरु साहब कहते। सो 1600 जोड़ महाराज सतगुरु सच्चे पातशाह जी कहते इस प्रकार सूखम शरीर जदों मुख जोड़ 9 ने ते जदों साध संगत जी वरीकी दे नाल जोड़ वेखीए तो गुरु साहब कहते 1600 जोड़ बनता शरीर का, जिन्होंने बंद बंद कहते हैं। जिवें आ वेखो ਉਂਗਲਾਂ ਦੇ पोटे तो बंद शुरू हो जाता, जोड़ शुरू हो जाता, 1 ਉਂਗਲ ਦੇ 3 जोड़ बन गए। ਇਹਦਾ ਜਦੋਂ ਹਿਸਾਬ ਲਾਇਆ महाराज कहते 1600 जोड़ भाई ਬਰੀਕੀ ਨਾਲ शरीर का है। ਤੇ ਜਿਹੜੀ ਸਾਡੇ ਮੂੰਹ ਦੀ ਤਿੱਲੀ ਆ ਵਾਹਿਗੁਰੂ, ਜਿਹੜੀ ਤਿੱਲੀ ਸਾਧ ਸੰਗਤ ਦੀ ਨਾੜੀ ਦੱਸੀ ਹੈ, ਜਿਹੜੀ ਖੂਨ ਸਰਕਲ ਦਿੰਦੀ ਹੈ ਪਸਲੀਆਂ ਦੇ ਖੱਬੇ ਪਾਸੇ ਥੱਲੇ, ਇਹ ਜਿਹੜੀ ਤਿੱਲੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ 12 ਉਂਗਲਾਂ ਚੌੜੀ, 12 ਉਂਗਲਾਂ ਚੌੜੀ। ਤੇ ਜਿਹੜਾ ਸਾਡਾ ਸਾਧ ਸੰਗਤ ਜੀ ਕਲੇਜਾ ਹੈ, ਗੁਰੂ ਸਾਹਿਬ ਕਹਿੰਦੇ ਭਾਈ ਇਹ 8 ਉਂਗਲਾਂ ਚੌੜਾ ਕਲੇਜਾ ਹੈ। ਤੇ ਸਾਧ ਸੰਗਤ ਜੀ ਇਸ ਪ੍ਰਕਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸਾਡੇ ਸਾਰੇ ਸਰੀਰ ਦੀ ਬਣਤਰ ਹੈ। ਇਦਾਂ ਕਹਿੰਦੇ ਮਛੰਦਰ ਨਾਥਾ ਜੇ ਕੋਈ ਹੋਰ ਸਵਾਲ ਹੈ ਭਾਈ ਉਹ ਵੀ ਦੱਸਦੇ ਹੋ। ਤੇ ਸਾਧ ਸੰਗਤ ਜੀ ਜਦੋਂ ਇਹ ਮਛੰਦਰ ਨਾਥ ਨੇ ਗੁਰਮੁਖ ਪਿਆਰਿਓ ਇਹ ਸਵਾਲ ਕੀਤੇ ਤੇ ਮਹਾਰਾਜ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇੱਕ ਇੱਕ ਸਵਾਲ ਦਾ ਜਵਾਬ ਪੂਰੀ ਤਸੱਲੀ ਦੇ ਨਾਲ ਕਰਾਉਣਾ ਕੀਤਾ ਨਾ, ਤਾਂ ਉਸ ਵੇਲੇ ਸਾਧ ਸੰਗਤ ਜੀ ਮਛੰਦਰ ਨਾਥ ਬੜਾ ਆਪਣੇ ਹਿਰਦੇ ਦੇ ਅੰਦਰ ਮਨ ਹੀ ਮਨ ਦੇ ਅੰਦਰ ਬੜਾ ਸ਼ਰਮਿੰਦਾ ਹੋਇਆ। ਔਰ ਫਿਰ ਇਹਨੇ ਆਪਣੀ ਕਰਾਮਾਤ ਵਿਖਾਉਣਾ ਚਾਹੀ ਵੀ ਹੁਣ ਵਿਚਾਰਾਂ ਵਿੱਚ ਤਾਂ ਗੁਰੂ ਸਾਹਿਬ ਨਹੀਂ ਹਟ ਸਕੇ, ਇਹਨਾਂ ਨੂੰ ਕਰਾਮਾਤ ਦੌਰਾਨ ਮੈਂ ਹਰਾ ਦਿਆਂਗਾ। ਤਾਂ ਸਤਿਗੁਰਾਂ ਨੂੰ ਕਰਾਮਾਤ ਵਿਖਾਉਣ ਲੱਗਿਆ। ਪਰ ਮੜੇ ਬੜੇ ਨੇ ਮੰਤਰ ਪੜ੍ਹੇ, ਸਾਧ ਸੰਗਤ ਜੀ ਆਪਣੀ ਵਿਦਿਆ ਵਿਚਾਰੀ, ਪਰ ਇਹਦਾ ਕੋਈ ਮੰਤਰ ਨਾ ਚੱਲਿਆ ਸਤਿਗੁਰਾਂ ਦੇ ਉੱਪਰ। ਸਾਧ ਸੰਗਤ ਜੀ ਉਸ ਵੇਲੇ ਫਿਰ ਇਹ ਮਛੰਦਰ ਨਾਥ ਜਿਹੜਾ ਸੀ ਨਾ ਹਾਰ ਕੇ ਚੱਲਿਆ। ਹੁਣ ਇਹਨੇ ਅੱਗੇ ਕਿਹਾ ਸੀ, ਇਹ ਵੀ ਕਿਹਾ ਸੀ ਮਹਾਰਾਜ ਹੁਣ ਮੈਨੂੰ ਮਾਫ ਕਰੋ, ਮੇਰੇ ਤੇ ਕਿਰਪਾ ਕਰੋ, ਰਹਿਮਤ ਕਰੋ। ਇਹ ਤੋਂ ਹਾਰ ਕੇ ਫਿਰ ਮਛੰਦਰ ਨਾਥ ਸਾਧ ਸੰਗਤ ਜੀ ਜਿਵੇਂ ਗੋਰਖਨਾਥ ਅਲੋਪ ਹੋ ਕੇ ਭੱਜਿਆ ਨਾ, ਇਸੇ ਤਰ੍ਹਾਂ ਜਿਹੜਾ ਇਹ ਮਛੰਦਰ ਨਾਥ ਸੀਗਾ ਇਹ ਵੀ ਸਾਧ ਸੰਗਤ ਜੀ ਉਸ ਵੇਲੇ ਸਤਿਗੁਰਾਂ ਤੋਂ ਹਾਰ ਕਰਕੇ ਵਿਚਾਰਾਂ ਦੇ ਅੰਦਰ ਹਾਰ ਕੇ ਨੱਸ ਗਿਆ ਸੀ, ਭੱਜ ਗਿਆ ਸੀ। ਫਿਰ ਸਰੀਰ ਦੇ ਸਾਧ ਸੰਗਤ ਜੀ ਬੜੇ ਹੋਰ ਵੀ ਸਵਾਲ ਨੇ, ਜਿਵੇਂ ਗੁਰਮੁਖ ਪਿਆਰਿਓ 5 ਤੱਤ ਨੇ ਔਰ 5 ਤੱਤਾਂ ਦੀਆਂ 5 ਪ੍ਰਕਿਰਤੀਆਂ ਨੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਰੇ ਸਵਾਲਾਂ ਦੇ ਜਵਾਬ ਅੱਗੇ ਵੀ ਦੇਣਗੇ। ਕਹਿੰਦੇ ਇਹਦੀਆਂ 5 ਪ੍ਰਕਿਰਤੀਆਂ ਕਿਹੜੀਆਂ ਨੇ 5 ਤੱਤਾਂ ਦੀਆਂ, ਔਰ ਉਹਨਾਂ ਦੇ ਫਿਰ ਸੂਖਮ ਜਿਹੜੇ ਰੂਪ ਨੇ ਉਹ ਵੀ ਸਾਰੇ ਅੱਗੇ ਦੱਸਣਗੇ। ਹੁਣ ਇਹ ਨਾ ਹਾਰ ਖਾ ਕੇ ਗੁਰਮੁਖ ਪਿਆਰੇ ਜਿਹੜਾ ਮਛੰਦਰ ਨਾਥ ਸੀ ਇਹ ਵੀ ਅਲੋਪ ਹੋ ਗਿਆ। ਸ਼ਰਮਿੰਦਗੀ ਦੇ ਨਾਲ ਸਾਧ ਸੰਗਤ ਜੀ ਇੱਥੋਂ ਭੱਜ ਗਿਆ ਤੇ ਗੋਰਖਨਾਥ ਜੀ ਕੋਲ ਜਾ ਕਰਕੇ ਕਹਿਣ ਲੱਗਿਆ ਵੀ ਨਾਥ ਜੀ ਮੈਂ ਬੜੀ ਭਮਕ ਦੇ ਨਾਲ ਗਿਆ ਸੀ, ਪਰ ਗੁਰੂ ਸਾਹਿਬ ਤਾਂ ਸ਼ੇਰ ਰੂਪ ਨੇ। ਜਿਵੇਂ ਜੰਗਲ ਦਾ ਰਾਜਾ ਹੁੰਦਾ ਸ਼ੇਰ, ਉਹਨੂੰ ਕੋਈ ਜਿੱਤ ਨਹੀਂ ਸਕਦਾ, ਇਸ ਤਰ੍ਹਾਂ ਸਤਿਗੁਰਾਂ ਨੂੰ ਕੋਈ ਜਿੱਤ ਨਹੀਂ ਸਕਦਾ। ਮਹਾਰਾਜ ਮੈਨੂੰ ਤੁਸੀਂ ਹਿਰਨ ਰੂਪ ਕਰਕੇ ਭੇਜਿਆ ਸੀ ਤੇ ਹਿਰਨ ਜਿਵੇਂ ਆਪਣੇ ਸਿੰਘ ਦੇ ਨਾਲ ਬੜੇ ਜਾਨਵਰਾਂ ਨੂੰ ਡਰਾ ਲੈਂਦਾ, ਮੈਂ ਕਹਿੰਦਾ ਆਪਣੇ ਬੜੇ ਸਿੰਘ ਵਿਖਾਏ ਪਰ ਮੇਰੀ ਕੋਈ ਉੱਥੇ ਪੇਸ਼ ਨਹੀਂ ਚੱਲੀ। ਤੇ ਇਸ ਤਰ੍ਹਾਂ ਗੋਰਖਨਾਥ ਮਨ ਹੀ ਮਨ ਦੇ ਵਿੱਚ ਸੋਚਦੇ ਆ ਵੀ ਮੈਂ ਵੀ ਹਾਥੀ ਰੂਪ ਹੋ ਕੇ ਗਿਆ ਸੀ, ਮੈਂ ਵੀ ਆਪਣਾ ਦੰਦ ਬੜਾ ਵਿਖਾਇਆ,
क्योंकि हाथी अपना वड्डा सारा दंद विखा करके ना ते बड़े जानवरां नूं डरा दिंदा, चबा जांदा, दब लैंदा है, कुचल दिंदा है। ते ਹੁਣ ਗੋਰਖਨਾਥ ਮਨ ਹੀ ਮਨ ਦੇ ਵਿੱਚ ਸੋਚਦਾ ਵੀ ਮੈਂ ਵੀ ਹਾਥੀ ਰੂਪ ਹੋ ਕੇ ਗਿਆ ਸੀ ਤੇ ਮੈਂ ਵੀ ਨਹੀਂ ਉਸ ਬੱਬਰ ਸ਼ੇਰ ਨੂੰ ਜਿੱਤ ਸਕਿਆ, ਸੋ ਮੈਨੂੰ ਵੀ ਵਾਪਸ ਆਉਣਾ ਪਿਆ। ਇਸ ਤਰ੍ਹਾਂ ਸਾਧ ਸੰਗਤ ਜੀ ਕਹਿਣ ਲੱਗੇ ਜੀ ਉਹ ਤਾਂ ਅਜਿੱਤਨ, ਉਹ ਜਿੱਤੇ ਨਹੀਂ ਜਾ ਸਕਦੇ। ਮੈਂ ਬੜੇ ਤਰ੍ਹਾਂ ਦੇ ਸਵਾਲ ਉਹਨਾਂ ਨੂੰ ਕੀਤੇ, ਹਰੇਕ ਸਵਾਲ ਦਾ ਜਵਾਬ ਉਹਨਾਂ ਨੇ ਬੜੀ ਛੇਤੀ ਜਲਦੀ ਦੇ ਨਾਲ ਦੇਣਾ ਕੀਤਾ। ਉਹਨਾਂ ਨੂੰ ਵਿਚਾਰ ਵਿੱਚ ਵੀ ਮੈਂ ਹਰਾ ਨਹੀਂ ਸਕਿਆ ਔਰ ਉਹਨਾਂ ਨੂੰ ਬੜਾ ਲਾਲਚ ਵੀ ਦਿੱਤਾ ਤੇ ਸਗੋਂ ਮੁਸਕਰਾ ਕਰਕੇ ਤੇ ਮੈਨੂੰ ਹੀ ਉਹਨਾਂ ਨੇ ਕਹਿ ਦਿੱਤਾ ਵੀ ਤੂੰ ਦੱਸ ਤੈਨੂੰ ਕੀ ਚਾਹੀਦਾ। ਸੋ ਸਾਨੂੰ ਨਾ ਰਾਜ ਚਾਹੀਦਾ ਨਾ ਸਾਨੂੰ ਜੋਗ ਚਾਹੀਦਾ। ਗੁਰੂ ਸਾਹਿਬ ਕਹਿੰਦੇ ਇਹ ਤਾਂ ਅਸੀਂ ਕਮਾ ਕੇ ਆਏ ਹਾਂ ਸਭ ਕੁਛ, ਇਹ ਚੀਜ਼ਾਂ ਤਾਂ ਸਾਡੇ ਹਾਂ ਦਾਸੀਆਂ ਨੇ। ਮਹਾਰਾਜ ਕਹਿੰਦੇ ਤੂੰ ਦੱਸ ਜੇ ਤੈਨੂੰ ਕੁਝ ਚਾਹੀਦਾ। ਕਹਿੰਦੇ ਉਹ ਲਾਲਚ 'ਚ ਵੀ ਨਹੀਂ ਆਏ ਤੇ ਫਿਰ ਮੈਂ ਆਪਣੀ ਕਰਾਮਾਤ ਵਿਖਾਣਾ ਚਾਹੀ ਤੇ ਮੈਂ ਬੜਾ ਜ਼ੋਰ ਲਾਇਆ, ਮੇਰੀ ਤਾਂ ਇੱਕ ਵੀ ਕਰਾਮਾਤ ਨਾ ਚੱਲੀ। ਆਖੋ ਸਤਿਨਾਮ। ਫਿਰ ਕਹਿਣਾ ਪਿਆ ਵੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।